ਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਸਭ ਥਾਈ ਹੋਏ ਸਹਾਈ ਸਤਨਾਮ ਸ੍ਰੀ ਵਾਹਿਗੁਰੂ ਜੀ। ਤਰਜੀ ਅਰੇ ਏਕ ਟੇਕ ਤੂੰ ਲਾਹੇ ਬੇਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਸੋ ਬਹੁਤ ਵੱਡੇ ਭਾਗ ਨੇ ਸੰਗਤਾਂ ਦੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਸੋਹਣੇ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਬਹੁਤ ਸੋਹਣਾ ਸੁਭਾਗ ਸਮਾਂ ਮਿਲਿਆ ਕਰਮਾਂ ਦੇ ਨਾਲ। ਸੋ ਦਰਗਾਹੀ ਮੱਸਿਆ ਦੇ ਦਿਹਾੜੇ ਤੇ ਹਾਜ਼ਰੀਆਂ ਭਰ ਰਹੇ ਹਾਂ। ਇਹ ਸਭ ਸਤਿਗੁਰਾਂ ਦੀ ਕਿਰਪਾ ਹੈ। ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਦੇ ਨੇ ਤਾਂ ਹੀ ਜੀਵ ਦੇ ਅੰਦਰ ਇਹ ਚੰਗਾ ਫੁਰਨਾ ਬਣਦਾ ਹੈ। ਨਹੀਂ ਤਾਂ ਜੀਵ ਮਾਇਆ ਵਿੱਚ ਤੁਰਿਆ ਫਿਰਦਾ ਹੈ, ਕਿਤੇ ਕਿੱਧਰ ਨੂੰ ਜਾਂਦਾ ਹੈ, ਕਿਤੇ ਕਿੱਥੇ ਜਾਂਦਾ ਹੈ, ਤੁਰਿਆ ਫਿਰਦਾ ਹੈ ਜੀਵ। ਇੱਕ ਸਿਰਫ
ਮਾਇਆ ਦੀ ਖਾਤਰ। ਪਰ ਗੁਰੂ ਮਹਾਰਾਜ ਸਤਿਗੁਰੂ ਜੀ ਬਚਨ ਕਰਦੇ ਨੇ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹਦੀ ਖਾਤਰ ਤੂੰ ਭੱਜਿਆ ਫਿਰਦਾ, ਕੰਮਾਂ ਕਾਰਾਂ ਵਿੱਚ ਰੁੱਝਿਆ ਫਿਰਦਾ ਏ, ਇਹ ਅੰਤ ਮੌਕੇ ਕਿਸੇ ਨੇ ਵੀ ਸਹਾਈ ਨਹੀਂ ਹੋਣਾ। ਸਭ ਕੁਝ ਤੇਰਾ ਇੱਥੇ ਹੀ ਪਿਆ ਰਹਿ ਜਾਣਾ ਹੈ। ਕਿਸੇ ਨੇ ਵੀ ਤੇਰੇ ਸਹਾਇਤਾ ਨਹੀਂ ਕਰਨੀ। ਅੰਤ ਮੌਕੇ ਕਿਸੇ ਨੇ ਤੈਨੂੰ ਬਚਾਉਣਾ ਹੈ। ਗੁਰੂ ਜੀ ਬਚਨ ਕਰਦੇ ਨੇ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆ ਜਿਹੜਾ ਸੰਗਤ ਕਰਦਾ ਏ, ਹਾਜ਼ਰੀ ਭਰਦਾ ਏ, ਬਚਨ ਸੁਣਦਾ ਏ, ਪਹਿਰਾ ਦਿੰਦਾ ਏ ਬਚਨਾਂ ਤੇ, ਗੁਰੂ ਧਾਰਿਆ ਹੈ, ਅੰਮ੍ਰਿਤ ਵੇਲੇ ਸਿਮਰਨ ਕਰਦਾ ਏ, ਇਹ ਸਾਧੂ ਦਾ ਸੰਗ ਹੈ, ਨਾਮ ਜਪਣ ਵਾਲੇ ਦਾ। ਫਿਰ ਉਹ ਨਾਮ ਹੀ ਤੈਨੂੰ ਬਚਾਉਂਦਾ ਹੈ। ਨਾਮ ਨੇ ਹੀ ਕੇਵਲ ਅੰਤ ਮੌਕੇ ਤੇਰੇ ਸਹਾਇਤਾ ਕਰਨੀ ਹੈ, ਸਹਾਇਤਾ ਕਰਨੀ ਹੈ। ਸੋ ਇਸ ਕਰਕੇ ਬਹੁਤ ਵੱਡੇ ਭਾਗ ਨੇ ਕਰਮਾਂ ਨਾਲ ਇਹ ਸਮਾਂ ਆਪਾਂ ਨੂੰ ਮਿਲਿਆ ਹਾਜ਼ਰੀਆਂ ਭਰਨ ਦਾ। ਬਾਬਾ ਆਨੰਦ ਸਿੰਘ ਜੀ ਵੀ ਬਚਨ ਕਰਿਆ ਕਰਦੇ ਸਨ ਕਿ ਜੀਵ ਤੇਰੇ ਕੋਲ ਹੁਣ ਟਾਈਮ ਹੈ, 84 ਲੱਖ ਜੂਨ ਬਾਅਦ ਤੈਨੂੰ ਇਹ ਸੋਹਣਾ ਸਰੀਰ ਮਿਲਿਆ ਹੈ, ਤੂੰ ਹੁਣ ਇਸ ਦੇ ਨਾਲ ਲਾਹਾ ਲੈ, ਤੂੰ ਨਾਮ ਜਪ, ਤੂੰ ਹੁਣ ਬੰਦਗੀ ਕਰ ਸਕਦਾ ਏ। ਬਾਬਾ ਈਸ਼ਰ ਸਿੰਘ ਜੀ ਨੇ ਵੇਖੋ ਥਾਂ ਥਾਂ ਜਗ੍ਹਾ ਜਗ੍ਹਾ ਜਾ ਕੇ ਦੀਵਾਨ ਸਜਾਏ ਤੇ ਅੰਮ੍ਰਿਤ ਛਕਾਇਆ। ਧੰਨ ਬਾਬਾ ਈਸ਼ਰ ਸਿੰਘ ਜੀ ਨੇ ਵੇਖੋ ਖਾਲਸਾ ਪੰਥ ਨੂੰ ਨਾਲ ਲੈ ਕੇ, ਤੇ ਹੁਣ ਵੀ ਵੇਖੋ ਬਾਬਾ ਜੀ ਨੇ ਸਭ ਜਗ੍ਹਾ ਦੀਵਾਨ ਸਾਜਦੇ। ਸੋ ਇਸ ਕਰਕੇ ਉਹੀ ਮਰਜ਼ਾਦਾ ਬਾਬਾ ਜੀ ਨੇ, ਉਹੀ ਮਰਜ਼ਾਦਾ ਬਾਬਾ ਜੀ ਨੇ ਤੋਰੀ ਬੰਨੀ ਮਰਜ਼ਾਦਾ। ਸੋ ਬਹੁਤ ਵੱਡੇ ਭਾਗ ਨੇ ਆਪਾਂ ਨੂੰ ਇਹ ਸਮਾਂ ਮਿਲਿਆ ਹਾਜ਼ਰੀਆਂ ਭਰਨ ਦਾ। ਸੋ ਆਓ ਹੁਣ ਸਮਾਂ ਹੈ ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਹੈ। ਸੋ ਆਓ ਆਪਾਂ ਸਾਰੇ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਜੁੜ ਕੇ ਜੋ ਬਚਨ ਨੇ ਆਪਾਂ ਸਰਵਣ ਕਰੀਏ। ਆਸਾ ਕੁੰਚ ਛੋੜੈ, ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ, ਬਗ ਧਿਆਨ ਮਾੜੈ। ਇਹ ਭਗਤ ਨਾਮਦੇਵ ਜੀ ਨੇ ਉਸ ਟਾਈਮ ਇਹ ਸ਼ਬਦ ਉਚਾਰਨ ਕੀਤਾ ਜਦੋਂ ਭਗਤ ਜੀ ਆਪ ਨਦੀ ਦੇ ਕਿਨਾਰੇ ਕੱਪੜੇ ਧੋ ਰਹੇ ਸਨ। ਪਾਸ ਹੀ ਇੱਕ ਪਖੰਡੀ ਮਹਾਤਮਾ ਹੱਥ ਵਿੱਚ ਮਾਲਾ ਪਕੜੀ ਵੀ ਬੈਠਾ ਸੀ। ਉੱਥੇ ਇੱਕ ਸ਼ਾਹੂਕਾਰ ਇਸ਼ਨਾਨ ਕਰਨ ਲਈ ਆਇਆ।
उसने अपनी माया दी थैली अपने कपड़ियां विच रख के इशनान करन लई नदी विच चला गया। जदों उसने पानी विच चुब्भी लाई तां पखंडी ने उसदे पैसियां वाली थैली चक के अपने जिस जगह ते बैठा सी उस कपड़े थले लको लई ते दोबारा फिर अखां बंद करके फिर माला फेरनी शुरू कर दिती। जदों ओह शाहूकार इशनान करके बाहर आया तद अपनी माया वाली थैली कपड़ियां विच ना देख के बड़ा क्रोध विच आया। आसे पासे वेखदा तां सोचदा सोचिया भी इत्थे तां कोई है नहीं, पर भी इत्थे यह एक साधु बाणे दे विच समाधि विच ये बैठे ने। फिर इस कपड़े धोण वाले ने ही मेरी थैली चक्की होवेगी। ओ भगत नामदेव जी प्रभु दे प्रेम दे विच मस्त सन। वो कपड़े धो रहे सन। उस टाइम उन्होंने ना ही शाहूकार नूं इशनान करदियां देखिया ते ना ही कोई पता कौन आया कौन गया, पर जो माया दी गुठली थैली उस पखंडी महात्मा ने अंडी वो भी उथे आ गया। महात्मा वो भी कोले आस पास आ गया। नामदेव जी फिर कहन लगे भी असी तां कोई चोरी नहीं करी, सानू इस बारे कुछ भी नहीं पता, असी इधर कपड़े धो रहे हाँ, सानू कुछ नहीं पता, सानू तां तेरा भी नहीं पता, तू इशनान कर रहा, तेरे कोले की है, तू कदों इशनान करके आया, सानू कुछ नहीं पता। ते वो जिहड़ा महात्मा सी ना पखंडी, वो भी कोले खड़ा सी, वो भी वेख रहा सी। ते वो जिहड़ा शाहूकार बड़ा गुस्से विच सी, उन्हें इशारा भी करिया महात्मा नूं, इशारा करिया भी कौन है। हुण जिहड़ा महात्मा सी ना पखंडी, वो भी ही भगत नामदेव जी ते ही इशारा करदा सी भी इसने चक्के, है चोर वो आप सी, चोर आप सी। जदों इन्ने टाइम नूं रौला पिया ना ते ऐसी किरपा हुई, हवा चली
ਹਵਾ ਚੱਲੀ ਤੇ ਉਹ ਜਿੱਥੇ ਬੈਠਾ ਸੀ ਨਾ ਪਖੰਡੀ, ਉਹ ਜਿਹੜੇ ਕੱਪੜੇ ਥੱਲੇ ਸੀ ਲਕੋਈ ਵੀ, ਤੇ ਉਹ ਹਵਾ ਦੇ ਨਾਲ ਉਹ ਕੱਪੜਾ ਉੱਡ ਗਿਆ। ਉੱਡਿਆ, ਪਾਸੇ ਹਟਿਆ ਤਾਂ ਫਿਰ ਨਜ਼ਰ ਪਈ ਵੀ ਉਹ ਥੈਲੀ ਉੱਥੇ ਪਈ ਹੈ। ਉਸੇ ਟਾਈਮ ਹੀ ਉਹ ਸ਼ਾਹੂਕਾਰ ਨੂੰ ਪਕੜ ਲਿਆ, ਭਗਤ ਜੀ ਨੂੰ ਛੱਡ ਦਿੱਤਾ, ਜਾਣੀ ਰੱਖਿਆ ਕਰੀ, ਛੱਡ ਦਿੱਤਾ। ਸ਼ਾਹੂਕਾਰ ਵੀ ਭਗਤ ਨਾਮਦੇਵ ਜੀ ਦੇ ਚਰਨੀ ਪੈ ਗਿਆ, ਮਾਫੀ ਮੰਗਣ ਲੱਗਿਆ। ਤਦੋਂ ਫਿਰ ਸਾਪ ਕੁੰਚ ਛੋੜੈ ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਗ ਧਿਆਨ ਮਾਡੈ। ਜਿਸ ਤਰ੍ਹਾਂ ਸੱਪ ਕੁੰਜ ਨੂੰ ਤਾਂ ਛੱਡ ਦਿੰਦਾ ਹੈ, ਪਰ ਜ਼ਹਿਰ ਨਹੀਂ ਛੱਡਦਾ, ਇਸੇ ਪ੍ਰਕਾਰ ਹੀ ਸਾਧੂ ਘਰ ਤੇ ਗ੍ਰਹਿਸਥੀ ਸਭ ਕੁਝ ਛੱਡ ਦਿੱਤਾ ਹੈ, ਪਰ ਮਾਇਆ ਦੀ ਇੱਛਾ ਰੂਪ ਬਿਖ ਨਹੀਂ ਤੂੰ ਛੱਡੀ। ਲਿਬਾਸ ਤਾਂ ਪਹਿਨ ਲਿਆ ਪਰ ਤ੍ਰਿਸ਼ਨਾ ਨਹੀਂ ਛੱਡੀ। ਭਗਤ ਜੀ ਆਖਦੇ ਨੇ, ਜਿਵੇਂ ਮੱਛੀ ਨੂੰ ਫੜਨ ਵਾਸਤੇ ਬਗਲਾ ਧਿਆਨ ਵਿੱਚ ਬੈਠਾ ਹੈ, ਇਸੇ ਪ੍ਰਕਾਰ ਮਾਇਆ ਚਰਾਉਣ ਵਾਸਤੇ ਤੂੰ ਸਮਾਧੀ ਲਾਈ ਬੈਠਾ ਹੈ। ਕਾਹੇ ਕੋ ਕੀਜੈ ਧਿਆਨ ਜਪਨਾ, ਜਬ ਤੇ ਸੁਧ ਨਾਹੀ ਮਨ ਆਪਣਾ ਰਹਾਉ। ਭਗਤ ਜੀ ਆਖਦੇ ਨੇ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਪ ਤੇ ਸੁਧ ਨਾਹੀ ਮਨ ਆਪਣਾ। ਜਦ ਤੇਰਾ ਆਪਣਾ ਮਨ ਹੀ ਪਵਿੱਤਰ ਨਹੀਂ, ਤਾਂ ਧਿਆਨ ਕਿਸ ਲਈ ਕਰਨਾ ਹੈ, ਤੇ ਜਾਪ ਕਿਸ ਲਈ ਜਪਣਾ ਹੈ। ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਭਗਤ ਜੀ ਆਖਦੇ ਨੇ, ਸਿੰਘ ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਕਿ ਜੋ ਪੁਰਸ਼ ਸ਼ੇਰ ਦੀ ਨਿਆਈ ਸਿੰਘ ਚ ਭੋਜਨ ਭਾਵ ਹਿੱਸਿਆਂ ਵਾਲਾ ਭੋਜਨ ਖਾਣਾ ਜਾਣਦਾ ਹੈ, ਜਿਵੇਂ ਸਿੰਘ ਚ ਤਿੱਤਰ ਮੁਖ ਤੋਂ ਸੋਹਣੀ ਬੋਲੀ ਬੋਲਦਾ ਹੈ,
ਕਿ ਸੁਭਾਨ ਤੇਰੀ ਕੁਦਰਤ, ਪਰੰਤੂ ਖੁਰਾਕ ਉਸ ਦੀ ਕੀੜੇ ਹਨ। ਉਸ ਦੀ ਨਿਆਈ ਜੋ ਪੁਰਸ਼ ਮੁਖ ਵਿੱਚੋਂ ਮਿੱਠੇ ਬਚਨ ਬੋਲਦਾ ਹੈ ਤੇ ਉਂਝ ਪਰਾਏ ਧਨ ਨੂੰ ਚਰਾਉਂਦਾ ਹੈ, ਐਸੇ ਪੁਰਸ਼ ਠੱਗਾਂ ਦੇ ਠੱਗ ਹੁੰਦੇ ਨੇ। ਨਾਮੇ ਕੇ ਸੁਆਮੀ ਲਾਹੇ ਲੈ ਝਗਰਾ, ਰਾਮ ਰਸਾਇਨ ਪਿਓ ਰੇ ਦਗਰਾ। ਅਖੀਰ ਵਿੱਚ ਭਗਤ ਨਾਮਦੇਵ ਜੀ ਆਖਦੇ ਨੇ ਕਿ ਨਾਮੇ ਕੇ ਸੁਆਮੀ ਲਾਹੇ ਲੈ ਝਗੜਾ। ਨਾਮ ਦੇ ਸੁਆਮੀ ਨੇ, ਭਾਵ ਸਰਬ ਦੇ ਸੁਆਮੀ ਪਰਮਾਤਮਾ ਨੇ ਮੇਰੇ ਗਲੋਂ ਝਗੜਾ ਲਾਹ ਲਿਆ ਹੈ ਤੇ ਤੇਰੇ ਗਲ ਵਿੱਚ ਪਾ ਦਿੱਤਾ ਹੈ। ਹੇ ਮਹਾਤਮਾ, ਇਹ ਕਪਟ ਵਾਲਾ ਭੇਖ ਛੱਡ ਕੇ ਰਾਮ ਨਾਮ ਜੋ ਰਸਾਂ ਦਾ ਘਰ ਹੈ, ਤੂੰ ਉਸ ਨੂੰ ਪੀਣਾ ਕਰ। ਆਸਾ ਪਾਰ ਬ੍ਰਹਮ ਜੇ ਚੀਨਸੀ, ਆਸਾ ਤੇ ਨਾ ਭਾਵਸੀ। ਰਾਮਾ ਭਗਤ ਹੈ ਚੇਤੀ ਅਲੇ, ਅਚਿੰਤ ਮਨ ਰਾਖਸੀ। ਭਗਤ ਜੀ ਅਗਲੇ ਸ਼ਬਦ ਵਿੱਚ ਆਖਦੇ ਨੇ ਕਿ ਪਾਰ ਬ੍ਰਹਮ ਜੇ ਚੇਨਸੀ, ਆਸਾ ਤੇ ਨਾ ਭਾਵਸੀ। ਜੋ ਮਨੁੱਖ ਪਰਮਾਤਮਾ ਦਾ ਭੇਤ ਸਮਝ ਲੈਂਦਾ ਹੈ, ਉਸ ਨੂੰ ਹੋਰ ਆਸਾਂ ਚੰਗੀਆਂ ਨਹੀਂ ਲੱਗਦੀਆਂ। ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਭਗਤਾਂ ਨੂੰ ਉਹ ਹਰੇਕ ਚਿੰਤਾ ਤੋਂ ਬਚਾਈ ਰੱਖਦਾ ਹੈ। ਕੈਸੇ ਮਨ ਤਰਹੇਗਾ ਰੇ, ਸੰਸਾਰ ਸਾਗਰ ਬਿਖੇ ਕਾਬੂ ਨਾ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ ਰਹਾਓ। ਭਗਤ ਜੀ ਆਖਦੇ ਨੇ ਕਿ ਹੇ ਮੇਰੇ ਮਨ, ਇਹ ਸੰਸਾਰ ਸਮੁੰਦਰ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਹੈ। ਤੂੰ ਕਿਵੇਂ ਪਾਰ ਲੰਘੇਗਾ? ਭਗਤ ਜੀ ਆਖਦੇ ਨੇ ਕਿ ਕੈਸੇ ਮਨ ਤਰਹੇਗਾ ਰੇ, ਸੰਸਾਰ ਸਾਗਰ ਬਿਖੈ ਕੋ ਬਨਾ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ। ਭਗਤ ਜੀ ਆਖਦੇ ਨੇ ਕਿ ਨਾਸਵੰਤ ਸੰਸਾਰੀ ਪਦਾਰਥਾਂ ਨੂੰ ਵੇਖ ਕੇ
ਤੂੰ ਭਲੇਖੇ ਵਿੱਚ ਫਸ ਗਿਆ ਹੈ। ਛੇਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ। ਸੰਤਹਿ ਕੈ ਪ੍ਰਸਾਦ, ਨਾਮਾ ਹਰ ਭੇਟਲਾ। ਭਗਤ ਜੀ ਆਖਦੇ ਨੇ, ਛੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ। ਬੇਸ਼ੱਕ ਮੈਨੂੰ ਪ੍ਰਭੂ ਨੇ ਛੀਂਬੇ ਦੇ ਘਰ ਜਨਮ ਦਿੱਤਾ, ਪਰ ਮੈਨੂੰ ਗੁਰੂ ਦਾ ਉਪਦੇਸ਼ ਮਿਲ ਗਿਆ। ਕਹਿੰਦੇ ਨੇ, ਸੰਤ ਹੈ ਕਿ ਪ੍ਰਸ਼ਾਦ ਨਾਮਾ ਹਰ ਭੇਟਲਾ। ਹੁਣ ਸੰਤ ਜਨਾਂ ਦੀ ਮਿਹਰ ਨਾਲ ਮੈਨੂੰ ਪਰਮਾਤਮਾ ਮਿਲ ਗਿਆ ਹੈ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੁਖ ਬਿਨਾਸ਼। ਪੰਚ ਦੁਖ ਅਸਾਧ ਜਾਮਹਿ, ਤਾਂ ਕੀ ਕੇਤਕ ਆਸ। ਭਗਤ ਰਵਿਦਾਸ ਜੀ ਆਖਦੇ ਨੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੌਂਚਰ, ਏਕ ਦੋਖ ਬਿਨਾਸ਼। ਭਗਤ ਜੀ ਆਖਦੇ ਨੇ ਕਿ ਹਰਨ ਦਾ ਘੰਡੇ ਹੇੜੇ ਦਾ ਨਾਦ ਸੁਣਨ ਅਤੇ ਮੀਨ ਮੱਛੀ ਪਾਣੀ ਕਰਕੇ, ਭ੍ਰਿੰਗ ਭੌਰਾ ਫੁੱਲ ਸੁੰਘਣਾ, ਪਤੰਗ ਭੰਮਟ ਭਾਵ ਜੋਤ ਕਰਕੇ, ਕੌਂਚਰ ਭਾਵ ਹਾਥੀ, ਇਹ ਇੱਕ ਇੱਕ ਐਬ ਹੋਣ ਨਾਲ ਨਾਸ ਹੋ ਜਾਂਦੇ ਨੇ। ਪਰ ਇਸ ਮਨੁੱਖ ਵਿੱਚ ਕਾਮ, ਕ੍ਰੋਧ, ਲਾਲਚ, ਮੋਹ ਤੇ ਅਹੰਕਾਰ ਵਰਗੇ ਪੰਜੇ ਰੋਗ ਹਨ। ਇਸ ਦੇ ਬਚਨ ਦੀ ਕਦੋਂ ਤੱਕ ਆਸ ਹੋ ਸਕਦੀ ਹੈ? ਮਾਧੋ
अविद्या हित कीन विवेक दीप मलिन रहाओ। ਭਗਤ ਜੀ ਆਖਦੇ ਨੇ, ਹੇ ਪ੍ਰਭੂ, ਮਨੁੱਖ ਨੇ ਅਗਿਆਨਤਾ ਨਾਲ ਹੇਤ ਭਾਵ ਪ੍ਰੇਮ ਪਾਇਆ ਹੋਇਆ ਹੈ। ਇਸ ਵਾਸਤੇ ਇਹਨਾਂ ਦੇ ਵਿਵੇਕ ਦਾ ਦੀਵਾ ਧੁੰਦਲਾ ਹੋ ਗਿਆ ਹੈ, ਭਾਵ ਚੰਗੇ ਮਾੜੇ ਦੀ ਪਛਾਣ ਨਹੀਂ ਕਰਦੇ। ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਾਨੁਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ। ਭਗਤ ਜੀ ਆਖਦੇ ਨੇ ਕਿ ਪਸ਼ੂ ਆਦਿਕ ਟੇਡੀਆਂ ਜੂਨਾਂ ਦੇ ਜੀਵਾਂ ਨੂੰ ਕੋਈ ਸਮਝ ਨਹੀਂ, ਜਿਸ ਕਾਰਨ ਉਹ ਨੇਕੀ ਤੇ ਮਾੜੇ ਬਾਰੇ ਸੋਚ ਨਹੀਂ ਸਕਦੇ। ਭਗਤ ਜੀ ਆਖਦੇ ਨੇ, ਤ੍ਰਿਗਦ ਜੂਨ ਅਚੇਤ ਅਸਮ ਪੁੰਨ ਪਾਪ ਅਸੋਚ ਮਨੁੱਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ। ਕਿ ਮਨੁੱਖਾ ਜਨਮ ਬੜਾ ਕੀਮਤੀ ਹੈ, ਪਰ ਇਸ ਦੀ ਸੰਗਤ ਨੀਚ ਵਿਕਾਰਾਂ ਨਾਲ ਹੀ ਹੁੰਦੀ ਹੈ। ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ। ਕਾਲ ਫਾਸ ਅਬਦ ਲਾਗੇ ਕਛ ਨਾ ਚਲੇ ਉਪਾਏ। ਭਗਤ ਜੀ ਆਖਦੇ ਨੇ ਕਿ ਜੀਵ ਜੰਤ ਜਿਸ ਪਾਸੇ ਵੀ ਲੱਗੇ ਹੋਏ ਹਨ, ਕੀਤੇ ਕਰਮਾਂ ਦੇ ਵਸ ਵਿੱਚ ਹੋ ਕੇ ਜੰਮ ਰਹੇ ਹਨ। ਜੀਵਾਂ ਨੂੰ ਮੌਤ ਦੀ ਅਜਿਹੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ। ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੇ। ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ। ਭਗਤ ਰਵਿਦਾਸ ਜੀ ਅਖੀਰ ਦੇ ਵਿੱਚ ਆਖ ਰਹੇ ਨੇ, ਤੂੰ ਸੰਸਾਰ ਵੱਲੋਂ ਨਿਰਲੇਪ ਹੋ ਕੇ ਭਟਕਣਾ ਨੂੰ ਛੱਡ ਦੇ, ਗੁਰੂ ਦਾ ਗਿਆਨ ਕਮਾ।
ਇਹ ਸਭ ਤੋਂ ਵੱਡਾ ਤਪ ਹੈ। ਭਗਤ ਜੀ ਆਖਦੇ ਨੇ, ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ। ਭਗਤ ਜਨਾ ਭੈ ਹਰਨ ਪਰਮਾਨੰਦ ਕਹੋ ਨਿਧਾਨ। ਕਿ ਹੇ ਭਗਤਾਂ ਦੇ ਡਰ ਦੂਰ ਕਰਨ ਵਾਲੇ ਪ੍ਰਭੂ, ਤੂੰ ਹੀ ਕਿਰਪਾ ਕਰ। ਆਸਾ ਸੰਤ ਤੁਝੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਭਗਤ ਰਵਿਦਾਸ ਜੀ ਅਗਲੇ ਸ਼ਬਦ ਵਿੱਚ ਆਖਦੇ ਨੇ ਕਿ ਸੰਤ ਤੁਝੇ ਤਨ ਸੰਗਤ ਪ੍ਰਾਨ। ਹੇ ਪਰਮ ਪਰਮੇਸ਼ਰ, ਸੰਤ ਤੇਰਾ ਰੂਪ ਹਨ, ਉਹਨਾਂ ਦੀ ਸੰਗਤ ਤੇਰੀ ਜਿੰਦ ਜਾਨ ਹੈ। ਗੁਰੂ ਦੇ ਦਿੱਤੇ ਗਿਆਨ ਨਾਲ ਉਹਨਾਂ ਸੰਤਾਂ ਦੀ ਵੀ ਵਡਿਆਈ ਨੂੰ ਸਮਝ ਲਿਆ ਹੈ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਓ। ਭਗਤ ਰਵਿਦਾਸ ਜੀ ਅੱਗੇ ਫਰਮਾਨ ਕਰਦੇ ਨੇ, ਸੰਤ ਚੀ ਸੰਗਤ ਸੰਤ ਕਥਾ ਰਸ। ਹੇ ਦੇਵਾਂ ਦੇ ਦੇਵ ਪ੍ਰਭੂ, ਮੈਨੂੰ ਸੰਤਾਂ ਦੀ ਸੰਗਤ ਬਖਸ਼। ਮੈਨੂੰ ਸੰਤਾਂ ਦੇ ਉਪਦੇਸ਼ ਦਾ ਰਸ ਅਤੇ ਸੰਤਾਂ ਦਾ ਪਿਆਰ ਬਖਸ਼ਿਸ਼ ਕਰ। ਸੰਤ ਆਚਰਣ ਸੰਤ ਚੋ ਮਾਰਗ, ਸੰਤ ਚ ਔਲਗ ਔਲਗਣੇ। ਭਗਤ ਜੀ ਆਖ ਰਹੇ ਨੇ ਕਿ ਮੈਨੂੰ ਸੰਤਾਂ ਵਰਗਾ ਜੀਵਨ ਆਚਰਨ, ਸੰਤਾਂ ਦਾ ਭਗਤੀ ਵਾਲਾ ਰਸਤਾ ਅਤੇ ਸੰਤਾਂ ਦੇ ਦਾਸਾਂ ਦੀ ਸੇਵਾ ਬਖਸ਼।
और एक मांगो ਭਗਤ ਚਿੰਤਾਮਣ ਜਣੀ ਲਖਾਵੋ ਅਸੰਤ ਪਾਪੀ ਸਣ। ਭਗਤ ਰਵਿਦਾਸ ਜੀ ਆਖਦੇ ਨੇ, ਮੈਂ ਤੇਥੋਂ ਇੱਕ ਹੋਰ ਦਾਤ ਵੀ ਮੰਗਦਾ ਹਾਂ। ਮੈਨੂੰ ਆਪਣੀ ਭਗਤੀ ਬਖਸ਼। ਕਹਿੰਦੇ ਨੇ ਔਰ ਇੱਕ ਮੰਗੋ ਭਗਤ ਚਿੰਤਾਮਣੀ ਜਣੀ ਲਖਵਾਹੋ ਅਸੰਤ ਪਾਪੀ ਸਣ। ਭਗਤ ਜੀ ਆਖਦੇ ਨੇ ਕਿ ਮੈਨੂੰ ਆਪਣੀ ਭਗਤੀ ਬਖਸ਼, ਜੋ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲੀ ਮਣੀ ਹੈ। ਮੈਨੂੰ ਦੁਸ਼ਟਾਂ ਅਤੇ ਪਾਪੀਆਂ ਦਾ ਦਰਸ਼ਨ ਨਾ ਕਰਵਾਈ। ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਸੰਤ ਅਨੰਤ ਹੈ ਅੰਤਰ ਨਾਹੀ। ਅਖੀਰ ਦੇ ਵਿੱਚ ਭਗਤ ਰਵਿਦਾਸ ਜੀ ਆਖਦੇ ਨੇ ਕਿ ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਹੇ ਪ੍ਰਭੂ ਜੀ, ਹੋਰ ਸੰਸਾਰਿਕ ਲੋਕਾਂ ਸੰਤਾਂ ਨੂੰ ਜਿਸ ਤਰ੍ਹਾਂ ਜਾਣਦੇ ਹਨ ਸੋ ਪਏ ਜਾਣਨ, ਕਿਉਂਕਿ ਉਹ ਕਿਸੇ ਦੇ ਸਮਝਾਇਆ ਨਹੀਂ ਸਮਝਦੇ। ਅਖੀਰ ਵਿੱਚ ਭਗਤ ਜੀ ਆਖਦੇ ਨੇ ਕਿ ਸੰਤ ਅਨੰਤ ਹੈ ਅੰਤਰ ਨਾਹੀ, ਪਰ ਮੇਰੇ ਤੇ ਇਹ ਕਿਰਪਾ ਕਰੋ ਕਿਰਪਾ ਕਰੋ ਜੋ ਇਹ ਜਾਣਦਾ ਹੈ ਕਿ ਸੰਤ ਪੁਰਸ਼ਾਂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੁੰਦਾ। ਆਸਾ ਤੁਮ ਚੰਦਨ ਹਮ एरंड बापुरे। संग तुम्हारे बासा नीच रूख ते ऊंच भय हैं। गंध सुगंध निवासा।
ਭਗਤ ਰਵਿਦਾਸ ਜੀ ਅਗਲੇ ਸ਼ਬਦ ਦੇ ਵਿੱਚ ਆਖ ਰਹੇ ਨੇ ਕਿ ਤੁਮ ਚੰਦਨ ਹਮ ਇਰੰਡ ਵਾਪਰੇ ਸੰਗ ਤੁਮਾਰੇ ਬਾਸਾ। हे परमात्मा, ਤੂੰ ਬਾਵਨ ਚੰਦਨ ਰੂਪ ਹੈ ਤੇ ਅਸੀਂ ਵਿਚਾਰੇ ਇਰੰਡ ਭਾਵ ਨਿਕੰਬੇ ਸਾਂ, ਪਰ ਮੈਨੂੰ ਤੇਰੇ ਚਰਨਾਂ ਵਿੱਚ ਰਹਿਣ ਲਈ ਥਾਂ ਮਿਲ ਗਈ ਹੈ ਤੇ ਆਪ ਜੀ ਦੇ ਨਾਲ ਮਿਲਣ ਕਰਕੇ ਨੀਵੇਂ ਰੁੱਖ ਤੋਂ ਉੱਚੇ ਰੁੱਖ ਭਾਵ ਚੰਦਨ ਵਾਂਗ ਹੋ ਗਏ ਹਾਂ। ਤੇਰੀ ਸੋਹਣੀ ਮਿੱਠੀ ਖੁਸ਼ਬੂ ਮੇਰੇ ਅੰਦਰ ਵਸ ਗਈ ਹੈ। ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ। ਮਾਧੋ ਸਤ ਸੰਗਤ ਸਰਣ ਤੁਮਾਰੀ ਹਮ ਔਗਨ ਤੁਮ ਪਰ ਉਪਕਾਰੀ ਰਹਾਓ। ਭਗਤ ਜੀ ਆਖਦੇ ਨੇ, ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਹੇ ਮਾਧੋ, ਅਸੀਂ ਤੇਰੀ ਸਤ ਸੰਗਤ ਦੀ ਓਟ ਫੜੀ ਹੈ। ਮੈਂ ਗਲਤੀਆਂ ਕਰਨ ਵਾਲਾ ਹਾਂ, ਪਰ ਤੁਸੀਂ ਭਲਾ ਭਾਵ ਉਪਕਾਰ ਕਰਨ ਵਾਲੇ ਹੋ। ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪਰੇ ਜਸ ਕੀਰਾ। ਸਤ ਸੰਗਤ ਮਿਲ ਰਹੀ ਹੈ ਜੈਸੇ ਮਦਪ ਮਖੀਰਾ। ਭਗਤ ਜੀ ਆਖਦੇ ਨੇ, ਤੁਮ ਮਖਤੂਰ ਸਪੇਦ ਸਪੀਅਲ ਹਮ ਬਪਰੇ ਜਸ ਕੀਰਾ। ਹੇ ਗਰੀਬਾ ਨਿਵਾਜ, ਤੁਸੀਂ ਸਪੇਦ ਭਾਵ ਚਿੱਟੇ ਤੇ ਸਪੀਅਲ ਪੀਲੇ ਰੰਗ ਵਰਗੇ ਸੋਹਣੇ ਰੇਸ਼ਮ ਦੁਸ਼ਾਲੇ ਵਾਂਗ ਹੋ। ਮੈਂ ਛੋਟਾ ਜਿਹਾ ਕੀੜਾ ਹਾਂ। ਹੇ ਮਾਧੋ, ਮੈਂ ਤੇਰੀ ਸਤ ਸੰਗਤ ਵਿੱਚ ਇਉਂ ਜੁੜਿਆ ਰਹਿਣਾ ਚਾਹੁੰਦਾ ਹਾਂ। ਭਗਤ ਜੀ ਆਖਦੇ ਨੇ ਕਿ ਜੈਸੇ ਮਦਪ ਮਖੀਰਾ, ਕਿ ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿੱਚ ਚੁੰਬੜੀਆਂ ਰਹਿੰਦੀਆਂ ਹਨ।
जाति ओछा पाति ओछा, ओछा जन्म हमारा, राजा राम की सेवना कीने, कह रविदास चमारा। ਅਖੀਰ ਦੇ ਵਿੱਚ ਭਗਤ ਰਵਿਦਾਸ ਜੀ ਆਖਦੇ ਨੇ, ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਮੇਰੀ ਜਾਤ ਅਤੇ ਕੁਲ ਨੀਵੀਂ ਮੰਨੀ ਜਾਂਦੀ ਹੈ, ਮੇਰਾ ਜਨਮ ਵੀ ਨੀਵਾ ਹੈ। ਭਗਤ ਜੀ ਆਖਦੇ ਨੇ, राजा राम की सेवना कीनी, कह रविदास चमारा। हे प्रभु, जात जन्म ताही नीवे रहणगे, जे मैं तेरी भगती ना कीती। हे प्रकाश रूप परमात्मा, आप जी दी सेवा मैं नहीं कीती, अपनी सेवा करन दा बल बख्शना करो। जाति ओछा पाति ओछा, ओछा जन्म हमारा, राजा राम की सेवना कीनी, कह रविदास चमारा। सतनाम श्री वाहिगुरु जी।